बहुत संक्षेप ਵਿੱਚ ਬਿਆਨ ਕਰਨਾ ਹੋਵੇ ਤਾਂ ਮੈਂ ਇਹ ਕਹਿ ਸਕਦਾ ਕਿ ਇਹ ਕਿਸਾਨਾਂ ਦੇ ਸਬਰ, ਸੰਤੋਖ, ਦ੍ਰਿੜਤਾ ਤੇ ਭਾਈਚਾਰੇ ਦੀ ਜਿੱਤ ਆ। ਹਾਕਮ ਹੱਠੀ ਹੰਕਾਰੀ ਝੁਕਿਆ ਕਿਸਾਨਾਂ ਅੱਗੇ। ਫਤਿਹ ਦੇ ਜਸ਼ਨ ਜਿਹੜੇ ਆ ਉਹ ਤਾਂ ਸ਼ੁਰੂ ਹੋ ਗਏ ਸੀਗੇ 4 ਦਸੰਬਰ ਤੋਂ। ਜਸ਼ਨ ਮਨਾਉਣੇ ਵੀ ਬਣਦੇ ਆ। ਕੋਈ ਕੀ ਜਾਣੇ ਕਿ ਕਿਸਾਨਾਂ ਨੇ ਆਪਣੇ ਪਿੰਡੇ ਉੱਤੇ ਜੇਠ ਹਾੜ ਦੀਆਂ ਧੁੱਪਾਂ ਕਿਵੇਂ ਹੰਢਾਈਆਂ। ਜੋ ਸਾਰਾ ਕੁਝ ਇਹ ਇੱਕ ਚੱਕੀ ਦੇ ਪੁੜ ਵਾਂਗੀ ਸਮਾਂ ਲੰਘਿਆ, ਉਹ ਨਾ ਤਾਂ ਭੁੱਲਣ ਲੱਗਾ ਕਿਸਾਨਾਂ ਨੂੰ ਤੇ ਨਾ ਹਾਕਮਾਂ ਨੂੰ। ਗੱਲ ਇਹ ਉੱਠੀ ਕਿ ਪੰਜਾਬ ਵਿੱਚ ਜਿਹੜੇ SSP ਆ ਉਹ ਪੈਸੇ ਦੇ ਕੇ ਲਾਏ ਜਾ ਰਹੇ ਆ। SSP ਲਾਉਣ ਲਈ ਦੂਜੇ ਮੰਤਰੀਆਂ ਨੂੰ ਗਵਾਹੀ ਭਰਨ ਲਈ ਕਿਹਾ ਗਿਆ ਕਿ ਪੈਸੇ ਨਹੀਂ ਲਏ, ਪਰ ਕਿਸੇ ਨੇ ਵੀ ਜਿਹੜੀ ਆ ਇੱਕ ਦੂਜੇ ਦੀ ਬਾਂਹ ਨਹੀਂ ਫੜੀ। ਦਾ ਖਾਲਸ ਟੀਵੀ ਪਰਿਵਾਰ ਨੂੰ ਦਿਲੋਂ ਮੋਹ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਹੈ। ਹੋਸਟ ਕਮਲਜੀਤ ਸਿੰਘ ਬੜਵੈਦ ਦੀ ਸਤਿ ਸ੍ਰੀ ਅਕਾਲ। ਗੱਲ ਕੱਲ ਤੋਂ ਕਰਨੀ ਬਣਦੀ ਆ, ਪਰ ਮੈਂ ਦੋ ਚਿੱਤੀ 'ਚ ਹਾਂ ਕਿ ਕੱਲ ਜਿਹੜੀਆਂ 2 ਘਟਨਾਵਾਂ ਵਾਪਰੀਆਂ ਉਹਨਾਂ 'ਚੋਂ ਇੱਕ ਬਹੁਤ ਖੁਸ਼ੀ ਵਾਲੀ ਆ ਤੇ ਇੱਕ ਜੱਗੋ 13ਵੀਂ ਤਾਂ ਨਹੀਂ, ਪਰ ਫਿਰ ਵੀ ਜਿਹੜੀ ਚਿੰਤਾ ਆ ਉਹਨੂੰ ਲੈ ਕੇ ਜ਼ਰੂਰ ਉੱਭਰਦੀ ਆ ਮਨ ਵਿੱਚ। ਬਹੁਤ ਵੱਡੀ ਖੁਸ਼ੀ ਇਤਿਹਾਸਕ ਪ੍ਰਾਪਤੀ ਦੀ ਗੱਲ ਕਰਾਂ ਤਾਂ ਕਿਸਾਨ ਅੰਦੋਲਨਾਂ ਜਾ ਜੁੜਦੀ ਆ। ਤੇ ਜੇ ਢਹਿੰਦੀ ਕਲੀ ਵਾਲੀ ਗੱਲ ਕਰਾਂ ਤਾਂ ਉਹਦਾ ਸੰਬੰਧ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਨਾਲ ਆ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜੋ ਹੋਇਆ ਚਰਚਾ ਉਹ ਵੀ ਕਰਨੀ ਬਣਦੀ ਆ, ਕਰਾਂਗੇ ਬਾਅਦ 'ਚ। ਪਰ ਇੱਕ ਜਿਹੜੀ ਸਾਡੀ ਇਤਿਹਾਸਕ ਪ੍ਰਾਪਤੀ ਆ ਉਹਦੀ ਗੱਲ ਨਾਲ ਮੈਂ ਸ਼ੁਰੂਆਤ ਜਿਹੜੀ ਆ ਉਹ ਜ਼ਰੂਰ ਕਰਦਾ, ਪਰ ਇਹ ਸਪਸ਼ਟ ਕਰ ਦਿੰਦਾ ਕਿ ਕਿਤੇ ਨਾ ਕਿਤੇ ਦੋਨੇ ਜਿਹੜੀਆਂ ਘਟਨਾਵਾਂ ਆ ਉਹ ਇੱਕ ਦੂਜੇ ਨਾਲ ਜੁੜੀਆਂ ਜ਼ਰੂਰ ਹੋਈਆਂ। ਜੇ ਕਿਸਾਨ ਅੰਦੋਲਨ ਦੀ ਫਤਿਹ ਨੂੰ ਬਹੁਤ ਸੰਖੇਪ ਵਿੱਚ ਬਿਆਨ ਕਰਨਾ ਹੋਵੇ ਤਾਂ ਮੈਂ ਇਹ ਕਹਿ ਸਕਦਾ ਕਿ ਇਹ ਕਿਸਾਨਾਂ ਦੇ ਸਬਰ, ਸੰਤੋਖ, ਦ੍ਰਿੜਤਾ ਤੇ ਭਾਈਚਾਰੇ ਦੀ ਜਿੱਤ ਆ। ਹਾਕਮ ਹੱਠੀ ਹੰਕਾਰੀ ਝੁਕਿਆ ਕਿਸਾਨਾਂ ਅੱਗੇ। 3 ਖੇਤੀ ਕਾਨੂੰਨ ਵਾਪਸ ਲਏ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵਾਂ ਪ੍ਰਕਾਸ਼ ਉਤਸਵ ਦੇ ਦਿਨ। ਉਦੋਂ ਪਹਿਲਾਂ ਰਾਹ ਖੁੱਲ੍ਹ ਗਿਆ ਸੀ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਦਿਨ ਲਗਭਗ ਜਿਹੜਾ ਮੋਰਚਾ ਆ ਉਹ ਫਤਿਹ ਹੋਇਆ। ਕੱਲ ਇਹਦਾ ਰਸਮੀ ਐਲਾਨ ਕਰ ਦਿੱਤਾ ਗਿਆ। ਕਿਸਾਨ ਮੋਰਚੇ ਸ਼ਾਮਲ ਲੱਖਾਂ ਕਿਸਾਨ ਘਰਾਂ ਨੂੰ ਵਾਪਸੇ ਪਾਉਣਗੇ, ਪਰ ਉਦੋਂ ਪਹਿਲਾਂ ਫੈਸਲਾ ਲਿਆ ਗਿਆ ਕਿ 11 ਦਸੰਬਰ ਨੂੰ ਵਾਪਸ ਤੁਰਨ ਤੋਂ ਪਹਿਲਾਂ ਇੱਕ ਫਤਿਹ ਅਰਦਾਸ ਕੀਤੀ ਜਾਵੇਗੀ। ਦੇਖੋ, ਫਤਿਹ ਦੇ ਜਸ਼ਨ ਜਿਹੜੇ ਆ ਉਹ ਤਾਂ ਸ਼ੁਰੂ ਹੋ ਗਏ ਸੀਗੇ 4 ਦਸੰਬਰ ਤੋਂ। ਜਸ਼ਨ ਮਨਾਉਣੇ ਵੀ ਬਣਦੇ ਆ। ਕੋਈ ਕੀ ਜਾਣੇ ਕਿ ਕਿਸਾਨਾਂ ਨੇ ਆਪਣੇ ਪਿੰਡੇ ਉੱਤੇ ਜੇਠ ਹਾੜ ਦੀਆਂ ਧੁੱਪਾਂ ਕਿਵੇਂ ਹੰਢਾਈਆਂ। ਸਿਆਲਾਂ ਦੀ ਠੋਠਰ ਵਿੱਚ ਜਿਹੜੇ ਹੱਡ ਆ ਉਹ ਕਿਵੇਂ ਠਰੇ। 13 ਦਸੰਬਰ ਨੂੰ ਕਿਸਾਨ ਨੇਤਾ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਹੋਣਗੇ। ਇੱਕ ਗੱਲ ਪੱਕੀ ਆ ਕਿ ਜੋ ਸਾਰਾ ਕੁਝ ਇਹ ਇੱਕ ਚੱਕੀ ਦੇ ਪੁੜ ਵਾਂਗੀ ਸਮਾਂ ਲੰਘਿਆ, ਉਹ ਨਾ ਤਾਂ ਭੁੱਲਣ ਲੱਗਾ ਕਿਸਾਨਾਂ ਨੂੰ ਤੇ ਨਾ ਹਾਕਮਾਂ ਨੂੰ। ਗੱਲ 3 ਕਾਲੇ ਖੇਤੀ ਕਾਨੂੰਨਾਂ ਦੀ ਕਰੀਏ ਤਾਂ ਸਰਕਾਰ ਨੇ ਪੂਰਾ ਅੜਨ ਤੋਂ ਬਾਅਦ, ਪੂਰਾ ਹੱਥ ਪਕਾਉਣ ਤੋਂ ਬਾਅਦ, ਕਿਸਾਨਾਂ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਪੂਰਾ ਤਾਣ ਲਾਉਣ ਤੋਂ ਬਾਅਦ ਮਜਬੂਰ ਹੋ ਕੇ ਵਾਪਸ ਲਏ ਆ। ਉਦੋਂ ਪਹਿਲਾਂ ਕਿਸਾਨਾਂ ਨੂੰ ਤੋੜਨ ਲਈ, ਸੰਘਰਸ਼ ਨੂੰ ਖਤਮ ਕਰਨ ਲਈ ਕੀ ਜਿਹੜਾ ਕੁਝੀਆਂ ਚਾਲਾਂ ਨਹੀਂ ਚੱਲੀਆਂ ਗਈਆਂ, ਇਹ ਸਾਰਾ ਤੇ ਅੱਜ ਵਿਸਥਾਰ ਚਾਹੇ ਮੈਂ ਨਾ ਵੀ ਕਰਾਂ, ਪਰ ਇੱਕ ਗੱਲ ਪੱਕੀ ਆ ਕਿ 3 ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਕਿਸਾਨ ਆਪਣੀਆਂ 5 ਮੰਗਾਂ ਰਹਿੰਦੀਆਂ ਪੂਰੀਆਂ ਕਰਨ ਤੇ ਅੜੇ ਰਹੇ। ਤੇ ਕੱਲ ਜਦੋਂ
लिखती सरकार का जिहड़ा पत्तर आ हत्थ विच आ गया तां किसानां ने जाके जिहड़ा अंदोलन आ वो वापस लैण का फैसला लिया। पर इस सारे वरतारे की जिहड़ी एक गल होर सामने आउंदी है कि 3 खेती कानून वापस लैण के बावजूद किसानां दा देश के प्रधानमंत्री नरेंद्र मोदी उत्ते हाले तक भरोसा नहीं बन सकिया। तो यह वजह सी कि सरकार वालों दिते जांदे भरोसे ते विश्वास ना किया गया, भेजे गए ड्राफ्ट ते मुड़ नज़रसानी की गई। तो कल जो किसान नेतावां की तसल्ली हो गई तो उन्होंने हरी झंडी दी वापस परतन की, तद उन्होंने जकारा छड्डिया फतेह का। किसान अंदोलन चाहे पड़ावर खत्म हो रहा, 15 नूं पंजाब विच 97 थावां ते चलदे जिहड़े धरने आ वो खत्म किए जाणगे। उस तो पहला फैसला लिया गया कि 23 रेलवे स्टेशन खाली किए जाणगे। आपां कह दईए कि 19 रिलायंस के पेट्रोल पंप, 23 रिलायंस के माल ते 1 दर्जन तो वध जिहड़े भाजपा के वड्डे लीडर आ उन्हां दे घरां मोरे जिहड़े चलदे धरने आ वो चुके जाने आ। पर इत्थे एक गल कह दा कि किसानां ने जिहड़ी कल एक प्रेस कॉन्फ्रेंस की आ फतेह प्राप्त होने तो बाद, ਉਹਦੇ ਵਿੱਚ किसान नेता राजेवाल ने यह स्पष्ट कर दिता कि धरना मुअत्तल समझा जाए, भाव कि किसान अंदोलन मुअत्तल समझा जाए। एक तरह की सरकार नूं यह चेतावनी सी कि जे तुसीं मुड़ कुछ टेढ़े रस्ते चलण की कोशिश की तो किसान जिहड़ा आ उन्नी दृढ़ता नाल मुड़ आके दिल्ली दी बरूहां ते बैठ जाएगा। उंज दिल्ली दी बरूहां बारे भी एक दिलचस्प कहानी आ। कोई इहनूं बरूहां कह रहा, कोई सरहदां बरूहां देश की राजधानी इस करके बन गई क्योंकि सरकारां ने किसानां नूं दिल्ली जाण तो रोकण लई की नहीं किया। जिथे किसानां नूं रोकिया गया, जिथे किसानां ने बैठना पिया, वो थां जिहड़ियां आ बरूहां ते सरहदां दा नां लै गईयां। एक होर जिहड़ी वड्डी गल जिहड़ी करन वाली आ वो ये कि किसान नेतावां वालों संघर्ष खत्म होने तो बाद जिहड़े वख-वख बयान दिते गए आ उन्हां ते तसल्ली करनी जरूर बनदी आ। किसान नेता राजेवाल ने कहा कि कानून जिहड़े आ सरकार ने वापस लै लए, पर जिहड़ियां 5 मंगां उन्हां बारे लिखती भरोसा दे दिता गया पर हले अमल नहीं होया। इस करके किसान जिहड़ा अंदोलन आ वो मुलतवी किया जांदा ते 15 नूं किसान मोर्चे की मुड़ मीटिंग सद लई। सो ये जिहड़ा इशारा जिथे किसानां दी सूझ-बूझ का प्रतीक आ उत्थे हाकम लई एक चेतावनी भी आ। इस तरह गल कर लईए राकेश टिकैत की तो उन्होंने ये कहा कि मोर्चा कायम रहेगा। मोर्चा कायम रहने का मतलब ये होया कि सरकार जे 3 कानूना खेती दो पासे जाके कोई होर अजिहा कदम चुकदी आ जिहड़ा किसानां जां समाज ते भारू पैंदा होवे तां किसान मुड़ चट्टान की तरह डट जाणगे। पर इत्थे मैं कहदा कि लोकां नूं उम्मीदां भी किसानां तो इस तरह ही जाग पईयां कि वो आस करनगे कि किसान किसी भी मुसीबत पैण वेले ढाल बन के खड़ जाणगे। ते उगराहां साहब ने तां साफ कह दिता कि इंसाफ मिलण तक वो चौकस रहणगे। नज़र रहेगी कि जदों तक जिहड़े 5 वायदे किए गए आ, पत्तर लिखा गया मंगा मनण का, जदों तक उन्होंने 100% अमल च नहीं लैंदा तद तक किसान जिहड़े आ वो डटे रहणगे। तो चड़ूनी ने यह भी कह दिता कि हाकमों याद रखियो जे तुसीं मुड़ के कोई तेर मेर की तो किसान जिहड़े आ वो घर बैठण वाले नहीं हैगे। पर देखो जिहड़ा संघर्ष चलिया, मैं जिवें पहला कहा कि इहदे दौरान शहीदियां भी पाईयां गईयां, बड़ा कुछ जिहड़ा तसीहे झल्ले, ठंडियां रातां विच ठरे। इहदे नाल किसानां तो सिर्फ पंजाब के जिहड़े किसान आ उन्होंने उम्मीदां नहीं जागियां, सगों जिहड़ा साडा समाज का हर वर्ग आ उन्होंने भी एक आसां ला लईआं किसानां उत्ते कि वो औख सुख वेले छतरी बनणगे। पर एक नाल गल होर चलदी जा रही है कि किसान जिहड़े आ वो सियासत वाल नूं झुकण लगे आ। पर इहदे नाल ही मैं गल दसदा कि जिहड़ा किसानां ने कल स्पष्ट कर दिता कि वो सियासत वाल मुड़न लई हले
ਜਾਂ ਪੈਰ ਧਰਨ ਲਈ ਹਲੇ ਰਾਜੀ ਨਹੀਂ, ਉਹਨਾਂ ਨੇ ਅਜਿਹਾ ਕੋਈ ਮਨ ਨਹੀਂ ਬਣਾਇਆ। ਇਹ ਬੜੀ ਤਸੱਲੀ ਦੀ ਗੱਲ ਆ। ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਇਹ ਗੱਲ ਜਾਂ ਇਹ ਸੁਝਾਅ ਜਿਹੜੇ ਆ ਉਹ ਪੱਲੇ ਬੰਨਣੇ ਚਾਹੀਦੇ ਆ ਕਿ ਕਿਸਾਨ ਪ੍ਰੈਸ਼ਰ ਗਰੁੱਪ ਬਣਾ ਕੇ ਲੋਕਾਂ ਦੇ ਮਨਾਂ ਤੱਕ ਵਧੇਰੇ ਪੁੱਜ ਸਕਦੇ ਆ, ਨਿਸਬਤ ਕਿ ਉਹ ਝੰਡੀ ਵਾਲੀਆਂ ਕਾਰਾਂ ਜਿਹੜੀਆਂ ਆ ਉਹ ਲੈ ਕੇ ਘੁੰਮਣ। ਇੱਕ ਗੱਲ ਜਿਹੜੀ ਹੋਰ ਕਰਨੀ ਬਣਦੀ ਆ ਕਿ ਹੁਣ ਜਦੋਂ ਕਿਸਾਨ ਮੋਰਚਾ ਫਤਿਹ ਹੋ ਗਿਆ ਤਾਂ ਕਿਸਾਨ ਨੇਤਾ ਆਪਣੇ ਆਪਣੇ ਘਰਾਂ ਨੂੰ, ਆਪਣੇ ਆਪਣੇ ਰਾਜਾਂ ਨੂੰ ਪਰਤ ਰਹੇ ਆ। ਮੈਂ ਇਹ ਸਮਝਦਾ ਕਿ ਕਿਸਾਨਾਂ ਨੇ ਜਿਹੜੀ ਇੱਕ ਜ਼ਿੰਮੇਵਾਰੀ ਨਿਭਾਈ ਆ, ਜਿਹੜੀ ਇੱਕ ਚੁਣੌਤੀ ਨਾਲ ਨਜਿੱਠੇ ਆ, ਉਹ ਇੱਕ ਅੰਦੋਲਨ ਤੱਕ ਸੀਮਿਤ ਸੀ, ਪਰ ਹੁਣ ਕਿਸਾਨਾਂ ਤੇ ਜਿਹੜੀ ਜ਼ਿੰਮੇਵਾਰੀਆਂ ਆ ਉਹ ਹੋਰ ਵੱਧ ਗਈਆਂ। ਲੋਕਾਂ ਦੀਆਂ ਉਮੀਦਾਂ ਕਿਸਾਨਾਂ ਵੱਲ ਹੋਰ ਜਾਗ ਪਈਆਂ, ਲੋਕਾਂ ਦੀਆਂ ਅੱਖਾਂ ਜਿਹੜੀਆਂ ਆ ਉਹ ਕਿਸਾਨਾਂ ਵੱਲ ਗੱਡੀਆਂ ਗਈਆਂ। ਤੇ ਮੈਨੂੰ ਇੰਝ ਲੱਗਦਾ ਕਿ ਘਰਾਂ ਨੂੰ ਪਰਤਣ ਤੋਂ ਪਹਿਲਾਂ ਕਿਸਾਨਾਂ ਦੇ ਮੋਢਿਆਂ ਉੱਤੇ ਜਿਹੜਾ ਬੋਝ ਆ ਉਹ ਹੋਰ ਵੱਧ ਗਿਆ। ਫਿਰ ਪੰਜਾਬ ਤੇ ਯੂਪੀ ਦੇ ਕਿਸਾਨਾਂ ਉੱਤੇ, ਜਿਨ੍ਹਾਂ ਬਾਰੇ ਉੱਥੋਂ ਦੇ ਲੋਕਾਂ ਨੂੰ ਵਧੇਰੇ ਉਮੀਦਾਂ ਆ ਕਿ ਕਿਤੇ ਕਿਸਾਨ ਜਿਹੜੇ ਆ ਉਹ ਤਿੜਕ ਨਾ ਜਾਣ, ਉਹ ਥਿੜਕ ਨਾ ਜਾਣ, ਕਿਉਂਕਿ ਜਿਹੜੀਆਂ ਚੋਣਾਂ ਆ ਉਹ ਸਿਰ ਤੇ ਆ। ਇੱਕ ਗੱਲ ਜਿਹੜੀ ਅਸੀਂ ਜ਼ਰੂਰ ਕਰ ਦਈਏ ਕਿ ਇਸ ਵੇਲੇ ਪੰਜਾਬ ਚੁਰਾਹੇ ਤੇ ਖੜਾ। ਪੰਜਾਬ ਕਿਸੇ ਪਾਸੇ ਵੀ ਤਿਲਕ ਸਕਦਾ, ਕਿਸੇ ਪਾਸੇ ਫਿਸਲ ਸਕਦਾ। ਸੋ ਜੇ ਕਿਤੇ ਕਿਸਾਨ ਨੇਤਾ ਜਿਵੇਂ ਜਿਸ ਚੁਣੌਤੀਆਂ ਨਾਲ ਸਿੱਝਣ ਦੀ ਸਮਰੱਥਾ ਉੱਥੇ ਰੱਖਦੇ ਰਹੇ ਆ, ਜੇ ਉਹ ਸਮਰੱਥਾ ਉਹਨਾਂ ਨੇ ਇੱਥੇ ਆ ਕੇ ਦਿਖਾਤੀ ਤਾਂ ਜਿਹੜੀ ਪੰਜਾਬ ਦੀ ਤਸਵੀਰ ਹੈ ਸਿਆਸੀ ਤੌਰ ਤੇ, ਆਰਥਿਕ ਤੌਰ ਤੇ ਉਹ ਬਦਲ ਸਕਦੀ ਆ। ਗੱਲ ਜੇ ਮੈਂ ਮੁੜ ਫਿਰ ਪੰਜਾਬ ਦੀ ਕਰਾਂ, ਕਿਉਂਕਿ ਜਿਹੜਾ ਕਿਸਾਨ ਅੰਦੋਲਨ ਆ ਉਹ ਪੰਜਾਬ ਤੋਂ ਸ਼ੁਰੂ ਹੋਇਆ ਸੀ, ਪੰਜਾਬ ਨੇ ਲੀਡ ਕੀਤਾ, ਇਸ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਨੇਤਾ ਨੂੰ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ, ਕਿਉਂਕਿ ਜਿਹੜੀਆਂ ਸਮੱਸਿਆਵਾਂ ਉੱਥੇ ਨਜਿੱਠ ਕੇ ਆਏ ਆ ਉਸੇ ਤਰ੍ਹਾਂ ਦੀਆਂ ਸਮੱਸਿਆਵਾਂ ਸਿੱਧਣੀਆਂ ਹਾਲੇ ਪੰਜਾਬ 'ਚ ਪਈਆਂ। ਜੇ ਆਪਾਂ ਗੱਲ ਕਰ ਲਈਏ ਫਸਲਾਂ ਦੇ ਮੁਆਵਜ਼ੇ ਦੀ, ਜੇ ਆਪਾਂ ਕਰ ਲਈਏ ਜਿਣਸ ਦੀ ਵਿਭਿੰਨਤਾ ਦੀ, ਜਾਂ ਆਪਾਂ ਗੱਲ ਕਰ ਲਈਏ ਕਿਸਾਨਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਦੀ, ਤਾਂ ਇੱਥੇ ਕਿਸਾਨ ਨੂੰ ਮੁੜ ਜਿਹੜਾ ਝੰਡਾ ਆ ਉਹ ਚੁੱਕਣਾ ਪੈਣਾ। ਗੱਲ ਆਪਾਂ ਕੀਤੀ ਸੀ ਸ਼ੁਰੂ ਵਿੱਚ ਇਹ ਕਿ ਗੱਲ ਮੁਕਾਵਾਂਗੇ ਜੋ ਮੰਤਰੀ ਮੰਡਲ ਕੱਲ੍ਹ ਵਾਪਰਿਆ, ਪਰ ਉਦੋਂ ਪਹਿਲਾਂ ਮੇਰੇ ਕੰਨਾਂ ਵਿੱਚ ਇੱਕ ਜਿਹੜੇ ਸ਼ਬਦ ਆ ਉਹ ਜਿਹਨੂੰ ਗੂੰਜ ਰਹੇ ਆ। ਉਹ ਕਹਿੰਦੇ ਨੇ ਭੁੱਲਣੇ ਨਹੀਂ ਜੇਠ ਹੜ, ਭੁੱਲਣੇ ਨਹੀਂ ਸਿਆਲਣੀ, ਭੁੱਲਣੇ ਨਹੀਂ ਜੇਠ ਹੜ, ਭੁੱਲਣੇ ਨਹੀਂ ਸਿਆਲਣੀ, ਵੋਟਾਂ ਉਹਨਾਂ ਨੂੰ ਨਾ ਪਾਇਓ ਖੜੇ ਤੁਹਾਡੇ ਨਾਲ ਜਿਹੜੇ ਨਾਲ ਨਹੀਂ। ਕੱਲੀ ਕੱਲੀ ਗੱਲ ਤੁਸੀਂ ਰੱਖਿਓ ਜ਼ਰੂਰ, ਕੱਲੀ ਕੱਲੀ ਗੱਲ ਚੇਤੇ ਰੱਖਿਓ ਜ਼ਰੂਰ, ਜਦੋਂ ਤੁਸੀਂ ਮੁੜੋਗੇ ਪੰਜਾਬ ਨੂੰ, ਜਦੋਂ ਤੁਸੀਂ ਮੁੜੋਗੇ ਪੰਜਾਬ ਨੂੰ। ਸੋ ਇਹ ਕਿਸਾਨਾਂ ਲਈ ਇੱਕ ਜਿਹੜਾ ਸਾਡਾ ਸਮਾਜ ਦਾ, ਦੇਸ਼ ਵਾਸੀਆਂ ਦਾ, ਪੰਜਾਬੀਆਂ ਦਾ, ਤੇ ਮੈਂ ਇਹ ਕਹਿਦਾ ਦਾ ਖਾਲਸ ਟੀਵੀ ਪਰਿਵਾਰ ਦਾ ਦਿਲੋਂ ਸੁਨੇਹਾ ਹੈ। ਹੁਣ ਗੱਲ ਮੰਤਰੀ ਮੰਡਲ ਦੀ ਇਸ ਲਈ ਕਰਨੀ ਬਣਦੀ ਆ ਕਿਉਂਕਿ ਇਹ ਵੱਡੀ ਚਰਚਾ ਜੁੜ ਰਹੀ ਆ ਕਿ ਕਿਸਾਨ ਸ਼ਾਇਦ ਆਪਣੀ ਪਾਰਟੀ ਬਣਾ ਕੇ ਲੜ ਸਕਦੇ ਚੋਣਾਂ ਪੰਜਾਬ ਵਿੱਚ, ਜਾਂ ਕਈ ਨੇਤਾ ਜਿਹੜੇ ਆ ਉਹਨਾਂ ਦਾ ਝੁਕਾਅ ਕਿਸੇ ਖਾਸ ਪਾਰਟੀਆਂ ਵੱਲ ਨੂੰ ਆ, ਜਾਂ ਇਸ ਤੋਂ ਅੱਗੇ ਵੀ ਗੱਲ ਤੁਰਦੀ ਆ ਕਿ ਕਈ ਪਾਰਟੀਆਂ ਜਿਹੜੀਆਂ ਆ ਉਹ ਕਿਸਾਨਾਂ ਵੱਲ ਆਸਾਂ ਲਾਈ ਬੈਠੀਆਂ ਕਿ ਜਦੋਂ ਕਿਸਾਨ ਪਰਤਣਗੇ ਤਾਂ ਉਹਨਾਂ ਦੀ ਜਿਹੜੀ ਪਾਰਟੀ ਆ ਉਹਦੀ ਅਗਵਾਈ ਕਰਨਗੇ, ਜਾਂ ਦੇਸ਼ ਦੀ ਅਗਵਾਈ ਕਰਨਗੇ, ਸੂਬੇ ਦੀ ਜਿਹੜੀ ਆ ਬਾਗਡੋਰ ਸੰਭਾਲਣਗੇ। ਇੱਥੋਂ ਤੱਕ ਵੀ ਗੱਲ ਹੋ ਰਹੀ ਆ। ਪਰ ਮੈਂ ਇਹ ਕਹਿ ਦਿਆਂ ਕਿ ਜੋ ਕੱਲ ਪੰਜਾਬ ਮੰਤਰੀ ਮੰਡਲ ਵਾਪਰਿਆ ਉਹ ਕਿਸਾਨਾਂ ਲਈ ਇੱਕ ਸੁਨੇਹਾ ਕਿ ਜਿਹੜੀ ਸਿਆਸਤ ਆ ਉਹ ਬਹੁਤ ਗੰਧਲ ਚੁੱਕੀ ਆ। ਸਾਡੇ ਜਿਹੜੇ ਸੂਤਰ ਆ ਇਹ ਕਹਿੰਦੇ ਆ ਕਿ ਕੱਲ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬੜੀ ਹੋਈ ਗੱਲ ਇਹ ਉੱਠੀ ਕਿ ਪੰਜਾਬ ਵਿੱਚ ਜਿਹੜੇ ਐਸਐਸਪੀ ਆ ਉਹ ਪੈਸੇ ਦੇ ਕੇ ਲਾਏ ਜਾ ਰਹੇ ਆ, ਪਰ ਦੂਜੇ ਬੰਨੇ ਮੇਰੇ ਦਿਮਾਗ ਵਿੱਚ, ਜਿਹਨ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਦੀ ਸਪੀਚ ਘੁੰਮ ਰਹੀ ਆ, ਜਿਹੜੇ ਕਲੇਮ ਕਰਦੇ ਹਮੇਸ਼ਾ ਕਿ ਮੈਂ ਬਹੁਤ ਸੱਚਾ ਸੁੱਚਾ ਇਮਾਨਦਾਰ ਜਿਹੜਾ ਪਾਰਟੀ ਦਾ ਸਿਪਾਹੀ ਆ ਜਾਂ ਦੇਸ਼ ਪੰਜਾਬ ਦਾ ਨੁਮਾਇੰਦਾ ਆ। ਸੋ ਇਹ ਗੱਲ ਜਿਹੜੀ ਆ ਕਿਵੇਂ ਉੱਠੀ ਤੇ ਉਸ ਤੋਂ ਅੱਗੇ ਜਿਹੜੀ ਗੱਲ ਕਿਵੇਂ ਤੁਰੀ ਆ ਇਹ ਕਿ ਐਸਐਸਪੀ ਲਾਉਣ ਲਈ ਦੂਜੇ ਮੰਤਰੀਆਂ ਨੂੰ ਗਵਾਹੀ ਭਰਨ ਲਈ ਕਿਹਾ ਗਿਆ ਕਿ ਪੈਸੇ ਨਹੀਂ ਲਏ, ਪਰ ਕਿਸੇ ਨੇ ਵੀ ਜਿਹੜੀ ਆ ਇੱਕ ਦੂਜੇ ਦੀ ਬਾਂਹ ਨਹੀਂ ਫੜੀ, ਸਗੋਂ ਉਂਗਲਬਾਜ਼ੀ ਜਿਹੜੀ ਕੀਤੀ ਜਾਂਦੀ ਰਹੀ। ਉਸ ਤੋਂ ਅੱਗੇ ਗੱਲ ਆ ਕੇ ਮੁਕਾਉਣੀ ਚਾਹੀ
ਕੈਬਨਿਟ ਮੰਤਰੀ ਰਜੀਆ ਸੁਲਤਾਨਾ ਤੇ, ਪਰ ਉਹਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਕਿ ਪਹਿਲਾਂ ਤੁਸੀਂ ਇਹ ਪੁੱਛੋ ਕਿ ਜਿਹੜਾ ਐਸਐਸਪੀ ਮੇਰੇ ਜ਼ਿਲ੍ਹੇ 'ਚ ਲਾਇਆ ਉਹਨੇ ਸੀਸਮਾ ਦੀ ਜਿਹੜੀ ਚੌਂਕੀ ਆ ਉਹ ਕਿਉਂ ਭਰੀ, ਰਾਜੇ ਦੇ ਮਹੱਲ ਦਾ ਗੇੜਾ ਕਿਉਂ ਲਾਇਆ। ਪਰ ਇੱਕ ਪਤਾ ਇਹ ਲੱਗਾ ਕਿ ਸਾਰੇ ਕੁਝ ਉੱਤੇ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ। ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਕਿ ਭਾਈ ਇਲੈਕਸ਼ਨ ਆ ਸਿਰ ਤੇ, ਚੋਣਾਂ ਆ ਸਿਰ ਤੇ, ਤੁਸੀਂ ਪਹਿਲਾਂ ਲੋਕਾਂ ਵਿੱਚ ਜਾਓ, ਲੋਕਾਂ ਦਾ ਵਿਸ਼ਵਾਸ ਬਣਾਓ, ਇਹ ਜਿਹੜੀ ਹੋਏ ਕਰਾਉਣੀ ਆ, ਜਿਹੜੀ ਅੰਦਰ ਤੁਸੀਂ ਇੱਕ ਦੂਜੇ ਤੇ ਤੋਹਮਤਬਾਜ਼ੀ ਕਰਨੀ ਆ, ਉਹ ਬਾਅਦ ਚ ਕਰਦੇ ਰਹੋ। ਚੋਣਾਂ ਜਿੱਤ ਲਓ ਇੱਕ ਵਾਰੀ, 5 ਸਾਲ ਦਾ ਸਮਾਂ ਜਿਹੜਾ ਇਹੋ ਕਰਨ ਲਈ ਪਿਆ। ਸੋ ਕਿਸਾਨਾਂ ਲਈ ਇੱਕ ਇਹ ਜਿਹੜਾ ਸੁਨੇਹਾ ਵੀ ਆ ਕਿ ਜਿਸ ਸਿਆਸਤ ਵੱਲ ਜਾਣ ਨੂੰ ਤੁਸੀਂ ਸੋਚ ਰਹੇ ਹੋ ਜਾਂ ਤੁਹਾਡੇ ਤੋਂ ਪਾਰਟੀਆਂ ਆਸ ਕਰ ਰਹੀਆਂ, ਉਹਨਾਂ ਦਾ ਹਾਲ ਜਿਹੜਾ ਪੰਜਾਬ ਵਿੱਚ ਇਹ ਆ। ਤੇ ਜੇ ਤੁਸੀਂ ਪੰਜਾਬ ਨੂੰ ਸੁਧਾਰਨ ਦੀ ਸਮਰੱਥਾ ਰੱਖਦੇ ਹੋ, ਜੇ ਤੁਸੀਂ ਸੂਬੇ ਨੂੰ ਲੀਹ ਤੇ ਲਿਆਉਣ ਦੇ ਸਮਰੱਥਾ ਰੱਖਦੇ ਹੋ, ਤਾਂ ਤੁਸੀਂ ਪਲੀਜ਼ ਜਿਹੜਾ ਪੰਜਾਬ ਆ ਉਹਦੀ ਬਾਹ ਫੜਿਓ, ਕਿਉਂਕਿ ਪੰਜਾਬ ਜਿਵੇਂ ਪਹਿਲਾਂ ਕਿਹਾ ਇੱਕ ਚੁਰਾਹੇ ਤੇ ਖੜਾ, ਪੰਜਾਬ ਤੁਹਾਡੇ ਵੱਲਾਂ ਅੱਖਾਂ ਗੱਡੀ ਖੜਾ, ਪੰਜਾਬ ਨੂੰ ਤੁਹਾਡੇ ਤੋਂ ਬੜੀਆਂ ਉਮੀਦਾਂ ਆ, ਬਹੁਤ ਆਸਾਂ ਆ। ਸੋ ਇਸੇ ਸੁਨੇਹੇ ਨਾਲ ਤੇ ਕਿਸਾਨ ਮੋਰਚੇ ਦੀ ਫਤਿਹ ਲਈ ਵਧਾਈ ਦਿੰਦਾ ਹੋਇਆ ਪੂਰੇ ਖਾਲਸਾ ਪਰਿਵਾਰ ਵੱਲੋਂ ਮੈਂ ਲੈਂਦਾ ਆਗਿਆ। ਤੁਸੀਂ ਮੈਨੂੰ ਕਮਲਜੀਤ ਸਿੰਘ ਮਨੈਰੂ ਦਿਓ ਇਜਾਜ਼ਤ। ਕੱਲ ਨੂੰ ਮਿਲਾਂਗੇ ਮੁੜ ਖਾਲਸਾ ਸਪੈਸ਼ਲ ਦੇ ਨਾਲ। ਤਦ ਤੱਕ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।